कुछ अनसुने जज्बात, कुछ अनसुने किस्से। सत श्री अकाल। SMZ न्यूज़ ਦੇ ਕੁਝ ਅਨਸੁਨੇ ਕਿੱਸੇ, ਕੁਝ ਅਨਸੁਨੇ ਜਜ਼ਬਾਤ ਸਪੈਸ਼ਲ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਅਨਸੁਨੇ ਕਿੱਸੇ, ਕੁਝ ਅਜਿਹੇ ਅਨਸੁਨੇ ਜਜ਼ਬਾਤ ਅਤੇ ਕੁਝ ਅਜਿਹੇ ਅਨਸੁਨੇ ਕਲਾਮ ਦੱਸਦੇ ਹਾਂ ਜਿਸ ਬਾਰੇ ਹੈ ਜਿਹੜੀ ਸ਼ਾਇਦ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਅੱਜ ਕੁਝ ਅਜਿਹਾ ਹੀ ਇੰਟਰਸਟਿੰਗ ਇੱਕ ਕਿੱਸਾ, ਇੱਕ ਅਜਿਹੀ ਮਿਸਟਰੀ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਜਿਸ ਬਾਰੇ ਸ਼ਾਇਦ ਕਈ ਲੋਕਾਂ ਨੂੰ ਪਤਾ ਹੋਵੇਗਾ, ਪਰ ਸ਼ਾਇਦ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਇਸ ਬਾਰੇ ਖਬਰ ਨਹੀਂ ਹੋਵੇਗੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੂਰੀ ਦੁਨੀਆ ਹੀ ਰਹੱਸਿਆਂ ਨਾਲ ਭਰੀ ਹੋਈ ਹੈ, ਇੱਕ ਮਿਸਟਰੀ ਹੈ ਜਿਨ੍ਹਾਂ ਦਾ ਨਾ ਤਾਂ ਕਿਸੇ ਆਮ ਇਨਸਾਨ ਨੂੰ ਪਤਾ ਲੱਗ ਸਕਿਆ ਤੇ ਨਾ ਹੀ ਕਿਸੇ ਵਿਗਿਆਨਿਕ ਨੇ ਇਹਨਾਂ ਰਹੱਸਿਆਂ ਤੋਂ, ਇਹਨਾਂ ਮਿਸਟਰੀਜ਼ ਤੋਂ ਪਰਦਾ ਹਟਾਇਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਮਿਸਟੀਰੀਅਸ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਰਹੱਸ ਅੱਜ ਵੀ ਬਣਿਆ ਹੋਇਆ ਹੈ। ਇਸ ਦੀ ਹਕੀਕਤ ਹੈ ਜਿਹੜੀ ਅੱਜ ਤੱਕ ਕੋਈ ਵੀ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਮਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਉਡਾਨ ਭਰਨ ਤੋਂ ਬਾਅਦ ਆਸਮਾਨ ਦੇ ਵਿੱਚ ਹੀ ਗਾਇਬ ਹੋ ਗਿਆ ਸੀ, ਪਰ 35 ਸਾਲ ਬਾਅਦ ਅਚਾਨਕ ਉਸੇ 에ਅਰਪੋਰਟ ਤੇ ਲੈਂਡ ਕਰ ਗਿਆ। ਜੀ ਹਾਂ, ਤੁਸੀਂ ਸਹੀ ਸੁਣਿਆ, ਇੱਕ ਅਜਿਹਾ ਕਿੱਸਾ ਹੈ, ਇੱਕ ਅਜਿਹੀ ਮਿਸਟਰੀ ਹੈ ਜਿਹੜੀ ਅੱਜ ਤੱਕ ਕਈ ਵਿਗਿਆਨਿਕ ਹੈ, ਜਿਹੜੇ ਕੋਈ ਵੀ ਲੋਕ ਹੈ ਜਿਹੜਾ ਸੁਲਝਾ ਨਹੀਂ ਸਕਿਆ, ਔਰ ਆਮ ਇਨਸਾਨ ਇਸ ਨੂੰ ਕਈ ਵਾਰ ਮੰਨਣ ਤੋਂ ਵੀ ਹੈ ਜਿਹੜਾ ਝਿਜਕ ਜਾਂਦਾ ਹੈ ਕਿ ਇਹ ਸ਼ਾਇਦ ਸੱਚ ਨਹੀਂ ਹੋ ਸਕਦਾ, ਪਰ ਇਹ ਸੱਚ ਹੈ ਕਿ 35 ਸਾਲ ਬਾਅਦ ਇੱਕ ਵਿਮਾਨ ਨੇ ਲੈਂਡਿੰਗ ਕੀਤੀ। ਔਰ ਕਿਸ ਤਰੀਕੇ ਦੀ ਉਹ ਲੈਂਡਿੰਗ ਸੀ, ਇਹ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਔਰ ਇਸ ਵਿੱਚ ਅਸੀਂ ਤੁਹਾਨੂੰ ਇਸੇ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਅਸੀਂ ਗੱਲ ਕਰ ਰਹੇ ਹਾਂ ਸੈਂਟੀਆਗੋ 에ਅਰਲਾਈਨ ਦੇ ਵਿਮਾਨ ਫਲਾਈਟ ਨੰਬਰ 513 ਦੇ ਬਾਰੇ ਵਿੱਚ। ਦਰਅਸਲ ਸੈਂਟੀਆਗੋ 에ਅਰਲਾਈਨਸ ਦੀ ਫਲਾਈਟ ਸੰਖਿਆ ਨੰਬਰ 513 ਨੇ ਪੱਛਮੀ ਜਰਮਨੀ ਦੇ ਔਕਿਨ 에ਅਰਪੋਰਟ ਤੋਂ 4 ਸਤੰਬਰ, ਜੀ ਹਾਂ 4 ਸਤੰਬਰ 1954 ਨੂੰ ਉਡਾਨ ਭਰੀ ਸੀ। 88 ਯਾਤਰੀਆਂ ਅਤੇ 4 ਕ੍ਰਿਊ ਮੈਂਬਰਸ ਦੇ ਨਾਲ ਉਡਾਨ ਭਰਨ ਵਾਲੇ ਇਸ ਵਿਮਾਨ ਨੂੰ 18 ਘੰਟੇ ਬਾਅਦ ਬ੍ਰਾਜ਼ੀਲ ਦੇ ਪੋਰਟੋ ਐਲੇਗਰੇ 에ਅਰਪੋਰਟ ਤੇ ਲੈਂਡ ਕਰਨਾ ਸੀ, ਪਰ ਉਡਾਨ ਭਰਨ ਤੋਂ ਕੁਝ ਘੰਟੇ ਬਾਅਦ ਇਹ ਵਿਮਾਨ ਆਸਮਾਨ ਦੇ ਵਿੱਚ ਹੀ ਗਾਇਬ ਹੋ ਗਿਆ। ਵਿਮਾਨ ਦਾ ਸੰਪਰਕ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਟੁੱਟ ਗਿਆ। ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਸ ਵਿਮਾਨ ਦਾ ਕਿਸੇ ਤਰੀਕੇ ਨਾਲ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਸੰਪਰਕ ਹੋ ਜਾਵੇ, ਪਰ ਉਸ ਤੋਂ ਬਾਅਦ ਜਰਮਨੀ ਅਤੇ ਬ੍ਰਾਜ਼ੀਲ ਦੀਆਂ ਸਰਕਾਰਾਂ ਨੇ ਵੀ ਇਸ ਵਿਮਾਨ ਨੂੰ ਲੱਭਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਹਰ ਕੋਸ਼ਿਸ਼ ਬੇਕਾਰ ਹੋ ਗਈ। ਵਿਮਾਨ ਦੇ ਵਿੱਚ, ਉਸ ਫਲਾਈਟ ਦੇ ਵਿੱਚ 88 ਯਾਤਰੀ ਸੀ, 4 ਕ੍ਰਿਊ ਮੈਂਬਰ ਸੀ ਜਿਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ, ਨਾ ਹੀ ਵਿਮਾਨ ਦਾ ਮਲਬਾ ਤੱਕ ਮਿਲਿਆ। ਜਦ ਵਿਮਾਨ ਦਾ ਜ਼ਮੀਨ ਦੇ ਨਾਲ ਸੰਪਰਕ ਟੁੱਟਿਆ ਤਾਂ ਵਿਮਾਨ ਐਟਲਾਂਟਿਕ ਮਹਾਸਾਗਰ ਦੇ ਉੱਪਰ ਉਡਾਨ ਭਰ ਰਿਹਾ ਸੀ। ਬਚਾਅ ਦਲ ਅਤੇ ਖੋਜੀ ਟੀਮਾਂ ਦੇ ਵਿੱਚ ਦੇਖਿਆ ਜਾਵੇ ਮਲਬੇ ਅਤੇ ਯਾਤਰੀਆਂ ਨੂੰ ਖੋਜਣ ਦੀ ਜਿਹੜੀ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਵੀ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਹੀ ਮੰਨ ਲਿਆ ਕਿ ਇਹ ਵਿਮਾਨ ਹੈ ਜਿਹੜਾ ਐਟਲਾਂਟਿਕ ਮਹਾਸਾਗਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਵਿਮਾਨ ਦੇ ਸਾਰੇ ਯਾਤਰੀ ਇਸੇ ਦੇ ਵਿੱਚ ਸਮਾ ਗਏ ਨੇ। ਖੋਜੀ ਅਤੇ ਬਚਾਅ ਦਲ ਨੇ ਆਪਣੀ ਰਿਪੋਰਟ ਵੀ ਪੇਸ਼ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਮਾਨ ਐਟਲਾਂਟਿਕ ਮਹਾਸਾਗਰ ਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਵਿਮਾਨ ਦੇ ਵਿੱਚ 92 ਲੋਕਾਂ ਦੀ ਮੌਤ ਹੋ ਗਈ। ਬਹੁਤ ਸਮਾਂ ਗੁਜ਼ਰ ਗਿਆ, ਸਾਲ ਬੀਤੇ, 2 ਸਾਲ ਬੀਤੇ, 4 ਸਾਲ ਬੀਤ ਗਏ, ਲੇਕਿਨ ਵਿਮਾਨ ਦੇ ਬਾਰੇ ਕੋਈ ਵੀ ਹੈ ਜਿਹੜੀ ਸੁਰਾਗ ਤੱਕ ਨਹੀਂ ਮਿਲਿਆ। ਇੱਕ ਦਿਨ ਅਚਾਨਕ 12 ਅਕਤੂਬਰ 1999 ਨੂੰ ਪੋਰਟੋ ਐਲੇਗਰੇ 에ਅਰਪੋਰਟ ਤੇ ATC ਯਾਨੀ ਕਿ 에ਅਰ ਟ੍ਰੈਫਿਕ ਕੰਟਰੋਲ ਦੀ ਸਕਰੀਨ ਤੇ ਇੱਕ ਅਣਜਾਣ ਵਿਮਾਨ ਦੇਖਿਆ ਗਿਆ। ATC ਨੇ ਵਿਮਾਨ ਦੇ ਪਾਇਲਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਮਾਨ ਦੇ ਪਾਇਲਟ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ, ਔਰ ਇਹ ਵਿਮਾਨ ਹੈ ਜਿਹੜਾ ਤੇਜ਼ੀ ਨਾਲ 에ਅਰਪੋਰਟ ਦੀ ਵੱਲ ਵਧ ਰਿਹਾ ਸੀ। ਇਹ ਸਾਰਾ ਕੁਝ ਦੇਖ ਕੇ 에ਅਰਪੋਰਟ ਦੇ ਅਧਿਕਾਰੀ ਬਹੁਤ ਜ਼ਿਆਦਾ ਹੈਰਾਨ ਹੋ ਗਏ। ਹੜਕੰਪ ਮਚ ਗਿਆ ਪੂਰੇ 에ਅਰਪੋਰਟ ਤੇ ਕਿ ਕਿਹੜਾ ਵਿਮਾਨ ਹੈ ਜਿਹੜਾ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਇੰਨੀ ਤੇਜ਼ੀ ਦੇ ਨਾਲ 에ਅਰਪੋਰਟ ਦੇ ਰਨਵੇ ਵੱਲ ਆਉਣ ਲੱਗਾ। ਜੇ ਗੱਲ ਕਰੀਏ ਉਸ ਵੇਲੇ ਕੀ ਹੋਇਆ, ਜਦ ਵਿਮਾਨ ਦੇ ਪਾਇਲਟ ਨੇ ATC ਨਾਲ ਕੋਈ ਵੀ ਹੈ ਜਿਹੜਾ ਲੈਂਡ ਕਰਨ ਦੀ ਇਜਾਜ਼ਤ ਨਹੀਂ ਮੰਗੀ ਤਾਂ ATC ਨੇ ਜਲਦੀ ਉਸ ਰਨਵੇ ਨੂੰ ਖਾਲੀ ਕਰਵਾ ਦਿੱਤਾ ਜਿਸ ਦੇ ਵੱਲ ਵਿਮਾਨ ਆ ਰਿਹਾ ਸੀ। ਥੋੜੀ ਦੇਰ ਬਾਅਦ ਵਿਮਾਨ ਨੇ ਰਨਵੇ ਤੇ ਲੈਂਡ ਕਰ ਦਿੱਤਾ। ਇਹ ਦੇਖ ਕੇ 에ਅਰਪੋਰਟ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਕਿ ਬਿਨਾਂ ਇਜਾਜ਼ਤ ਤੇ ਕੋਈ ਅਣਜਾਣ ਵਿਮਾਨ 에ਅਰਪੋਰਟ ਤੇ ਕਿਵੇਂ ਲੈਂਡ ਕਰ ਰਿਹਾ ਹੈ।
ਉਸ ਤੋਂ ਬਾਅਦ 에ਅਰਪੋਰਟ ਦੇ तमाम ਕਰਮਚਾਰੀ ਵਿਮਾਨ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਵਿਮਾਨ ਇੱਕਦਮ ਨਵਾਂ ਹੈ ਅਤੇ ਵਿਮਾਨ ਦਾ ਇੰਜਨ ਅਜੇ ਵੀ ਚਾਲੂ ਹੈ। ਜੀ ਹਾਂ, ਉਸ ਵਿਮਾਨ ਦਾ ਇੰਜਨ ਅਜੇ ਵੀ ਚਾਲੂ ਸੀ ਔਰ ਬਹੁਤ ਲੋਕ ਹੈ ਜਿਹੜੇ ਹੈਰਾਨ ਹੋ ਗਏ ਕਿ ਇੰਨਾ ਪੁਰਾਣਾ ਇਤਿਹਾਸ ਕਿਸ ਤਰੀਕੇ ਨਾਲ ਹੋ ਸਕਦਾ ਹੈ। ਜਦੋਂ 에ਅਰਪੋਰਟ ਦੇ ਕਰਮਚਾਰੀ ਨਜ਼ਰ ਜਿਵੇਂ ਹੀ ਇਸ ਵਿਮਾਨ ਦੇ ਉੱਪਰਲੇ ਹਿੱਸੇ ਤੇ ਪਈ ਜਿਸ ਤੇ ਇਸ 에ਅਰਲਾਈਨ ਦਾ ਨਾਮ ਲਿਖਿਆ ਹੋਇਆ ਸੀ, ਉਸ 에ਅਰਲਾਈਨ ਦਾ ਇਹ ਵਿਮਾਨ ਸੀ। ਇਹ ਵਿਮਾਨ ਉਸੇ ਸੈਂਟੀਆਗੋ 에ਅਰਲਾਈਨਸ ਦਾ ਸੀ ਜਿਸ ਦਾ ਇੱਕ ਵਿਮਾਨ 35 ਸਾਲ ਪਹਿਲਾਂ ਐਟਲਾਂਟਿਕ ਮਹਾਸਾਗਰ ਦੇ ਉੱਪਰ ਗਾਇਬ ਹੋਣ ਦੀ ਆਸ਼ੰਕਾ ਦੱਸੀ ਜਾ ਰਹੀ ਸੀ। ਇਹ ਵੇਖ ਕੇ 에ਅਰਪੋਰਟ ਦੇ ਅਧਿਕਾਰੀ ਬਹੁਤ ਘਬਰਾ ਗਏ ਕਿਉਂਕਿ ਇਹ 에ਅਰਲਾਈਨਸ ਹਾਦਸੇ ਤੋਂ 2 ਸਾਲ ਬਾਅਦ ਯਾਨੀ ਕਿ 1956 ਦੇ ਵਿੱਚ ਹੀ ਬੰਦ ਹੋ ਗਈ ਸੀ। ਜੀ ਹਾਂ, 2 ਸਾਲ ਬਾਅਦ ਇਹ 에ਅਰਲਾਈਨ ਬੰਦ ਹੋ ਗਈ ਸੀ ਜਿਹਦਾ ਵਿਮਾਨ ਹੈ ਜਿਹੜਾ 에ਅਰਪੋਰਟ ਤੇ ਲੈਂਡ ਹੋਇਆ ਸੀ। ਸਾਰੇ ਹੈਰਾਨ ਹੋ ਗਏ ਕਿ ਇਹ ਕਿਸ ਤਰੀਕੇ ਨਾਲ ਹੋ ਸਕਦਾ ਹੈ। ਉਸ ਤੋਂ ਬਾਅਦ ਕੁਝ ਕਰਮਚਾਰੀਆਂ ਨੂੰ ਵਿਮਾਨ ਦੇ ਅੰਦਰ ਭੇਜਿਆ ਗਿਆ, ਲੇਕਿਨ ਜਿਵੇਂ ਹੀ ਕਰਮਚਾਰੀ ਵਿਮਾਨ ਦੇ ਅੰਦਰ ਪਹੁੰਚੇ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੀਆਂ ਚੀਖਾਂ ਨਿਕਲ ਗਈਆਂ। ਹੁਣ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਖਿਰ ਇਹ ਜਿਹਾ ਕੀ ਦੇਖਿਆ ਉਹਨਾਂ ਨੇ ਕਿ ਉਹਨਾਂ ਦੀਆਂ ਉੱਥੇ ਚੀਖਾਂ ਨਿਕਲ ਗਈਆਂ ਅੰਦਰ ਵਿਮਾਨ ਦੇ ਜਾਂਦੇ ਹੀ। ਦੱਸਦੇ ਕਿ ਉੱਥੇ ਵਿਮਾਨ ਦੀਆਂ ਸੀਟਾਂ ਤੇ ਇਨਸਾਨਾਂ ਦੇ ਕੰਕਾਲ ਬੈਠੇ ਸੀ। ਜੀ ਹਾਂ, ਬੋਡੀ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਹੁੰਦੀਆਂ ਨੇ, ਕੰਕਾਲ ਹੁੰਦੇ ਨੇ ਇੱਕ ਆਮ ਇਨਸਾਨਾਂ ਦੀ, ਉਹ ਬੈਠੇ ਸੀ। ਉਹਨਾਂ ਨੇ ਸੀਟ ਬੈਲਟ ਵੀ ਲਗਾਈ ਹੋਈ ਸੀ ਅਤੇ ਉਸ ਤੋਂ ਕੁਝ ਦੇਰ ਬਾਅਦ ਹੋਰ ਕਰਮਚਾਰੀਆਂ ਨੂੰ ਉੱਥੇ ਭੇਜਿਆ ਗਿਆ ਕਿਉਂਕਿ ਕੁਝ ਕਰਮਚਾਰੀ ਗਏ, ਉਹਨਾਂ ਨੇ ਦੱਸਿਆ ਕਿ ਅੰਦਰ ਸੀਟਾਂ ਤੇ ਇਨਸਾਨਾਂ ਦੀ ਜਗ੍ਹਾ ਹੈ ਜਿਹੜੇ ਕੰਕਾਲ ਬੈਠੇ ਨੇ ਜਿਨ੍ਹਾਂ ਨੇ ਪ੍ਰੋਪਰ ਸੀਟ ਬੈਲਟਸ ਵੀ ਲਗਾਈਆਂ ਹੋਈਆਂ ਨੇ। ਉਹਨਾਂ ਨੇ ਵੀ, ਜਿਹੜੇ ਦੂਜੇ ਕਰਮਚਾਰੀ ਗਏ, ਉਹਨਾਂ ਨੇ ਵੀ ਉਹੀ ਨਜ਼ਾਰਾ ਦੇਖਿਆ। ਉਸ ਤੋਂ ਬਾਅਦ ਵਿਮਾਨ ਦੇ ਕਾਕਪਿਟ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਸਭ ਤੋਂ ਹੈਰਾਨ ਕਰਨ ਵਾਲਾ ਨਜ਼ਾਰਾ ਤਾਂ ਉੱਥੇ ਵੇਖਣ ਨੂੰ ਮਿਲਿਆ ਕਿਉਂਕਿ ਵਿਮਾਨ ਦੇ ਦੋਵੇਂ ਪਾਇਲਟ ਦੇ ਵੀ ਕੰਕਾਲ ਹੀ ਸਨ। ਇੱਕ ਨੇ ਵਿਮਾਨ ਨੂੰ ਕੰਟਰੋਲ ਕਰਨ ਵਾਲੇ ਹੈਂਡਲ ਨੂੰ ਫੜਿਆ ਹੋਇਆ ਸੀ ਤੇ ਦੂਜੇ ਨੇ ਜਿਹੜੀ ਦੂਸਰੀ ਚੀਜ਼ ਫੜੀ ਹੋਈ ਸੀਗੀ ਲੈਂਡਿੰਗ ਦੀ ਕਹਾਣੀ ਹੈ ਜਿਹੜੀ ਗੱਲ ਕਰੀਏ ਤਾਂ ਵੀਕਲੀ ਵਰਲਡ ਟੈਬਲਾਈਡ ਮੈਗਜ਼ੀਨ ਦੇ ਵਿੱਚ 14 ਨਵੰਬਰ 1999 ਨੂੰ ਛਪੀ ਸੀ ਔਰ ਇਸ ਕਹਾਣੀ ਨੂੰ ਛਾਪਣ ਵਾਲੇ ਪੱਤਰਕਾਰ ਸਨ ਇਰਵਿਨ ਫਿਸ਼ਰ। ਜਦ ਇਰਵਿਨ ਫਿਸ਼ਰ ਨੇ ਇਸ ਕਹਾਣੀ ਨੂੰ ਛਾਪਿਆ ਤਾਂ तमाम ਲੋਕਾਂ ਨੇ ਇਸ ਨੂੰ ਸੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬ੍ਰਾਜ਼ੀਲ ਸਰਕਾਰ ਨੇ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਦਿੱਤੀ। ਲੇਕਿਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਸ ਰਹੱਸਮਈ ਵਿਮਾਨ ਲੈਂਡਿੰਗ ਦੀ ਕਹਾਣੀ ਇਸ ਲਈ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਣਾ ਸੀ ਕਿ ਆਖਿਰ ਇਸ ਤਰੀਕੇ ਦੀ ਘਟਨਾ ਵਾਪਰ ਕਿਵੇਂ ਸਕਦੀ ਹੈ। ਪਰ ਅੱਜ ਤੱਕ ਕੋਈ ਵੀ ਨਹੀਂ ਜਾਣ ਪਾਇਆ ਕਿ ਆਖਿਰ ਸੱਚਾਈ ਕੀ ਹੈ। ਉਸ ਵਿਮਾਨ ਨੇ ਹਕੀਕਤ ਵਿੱਚ ਲੈਂਡਿੰਗ ਕੀਤੀ ਸੀ ਜਾਂ ਇਰਵਿਨ ਫਿਸ਼ਰ ਦੀ ਉਹ ਕਹਾਣੀ ਖਰਚੀ ਜਾਂ ਖਿਆਤੀ ਪਾਉਣ ਦੇ ਲਈ ਸੀ। ਜੀ ਹਾਂ, ਇਹ ਕਹਾਣੀ ਜਿਹੜੀ ਅਸੀਂ ਤੁਹਾਨੂੰ ਦੱਸੀ, ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਵਿਮਾਨ ਹੈ ਜਿਹੜਾ ਜਾਂਦਾ ਹੈ, ਉਡਾਨ ਭਰ ਕੇ ਜਾਂਦਾ ਹੈ ਪਰ ਉਹ ਵਾਪਸ ਨਹੀਂ ਆਉਂਦਾ। ਬਹੁਤ ਸਾਰੀ ਤਲਾਸ਼ ਹੁੰਦੀ ਹੈ ਤੇ ਉਸ ਵਿੱਚੋਂ ਵਾਪਸ ਜਦੋਂ 35 ਸਾਲ ਬਾਅਦ ਉਹ ਵਾਪਸ ਆਉਂਦਾ ਤੇ ਉਸ ਵਿੱਚੋਂ ਕੀ ਨਿਕਲਦਾ ਹੈ? ਇਨਸਾਨਾਂ ਦੇ ਕੰਕਾਲ ਔਰ ਜਿਹੜੇ ਪਾਇਲਟ ਸੀਟ ਤੇ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਲੈਂਡਿੰਗ ਕੀਤੀ ਸੀ ਉਹਨਾਂ ਦੇ ਵੀ ਉੱਥੇ ਕੰਕਾਲ ਹੀ ਪਏ ਹੁੰਦੇ ਨੇ ਔਰ ਇਹ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ ਔਰ ਇਹ ਜਿਹੜੀ ਖਬਰ ਹੈ ਇਸਨੇ ਸੁਰਖੀਆਂ ਵੀ ਬਹੁਤ ਬਟੋਰੀਆਂ ਸਨ। किस तरीके का होवेगा वो नज़ारा, कि ये सच है या फिर नहीं या एक रहस्य है, ये तो सानू भी नहीं पता। पर जिस तरीके दे नाल दुनिया है जिहड़ी पूरी रहस्यां नाल भरी हुई है उसी तरह का यह अनसुना किस्सा लैके असीं तुहाडे सामने रूबरू होई सी। इस बारे तुहाडी की राय है ਇਹ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਇਸ ਦੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ SMZ ਨਿਊਜ਼ ਚੈਨਲ ਇਸ ਰਹੱਸ ਦੀ ਪੁਸ਼ਟੀ ਨਹੀਂ ਕਰਦਾ। ਇਹ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ, ਇਹ ਕੁਝ ਅਜਿਹੀਆਂ ਮਿਸਟਰੀਜ਼ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਵੈਬਸਾਈਟ ਤੇ ਦੱਸਿਆ ਜਾਂਦਾ ਹੈ, ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਬਾਰੇ ਇਹ ਕਿੱਸਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ। ਹੋਰ ਅਨਸੁਣੇ ਕਿੱਸੇ ਲੈ ਕੇ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤੁਸੀਂ ਵੇਖਦੇ ਰਹੋ अनसुने किस्से SMZ न्यूज़। कुछ अनसुने जज्बात, कुछ अनसुने किस्से।